ਪੰਜਾਬ ਨਹੀਂ ਪੂਰੇ ਦੇਸ਼ ਭਰ ਦੇ ਵਿੱਚ ਇੱਕ ਨਿੱਜੀਕਰਨ ਦੀ ਹਵਾ ਚੱਲ ਰਹੀ ਹੈ। ਵੱਡੇ ਵੱਡੇ ਕਰਜ਼ੇ ਉਹਨਾਂ ਨੂੰ ਦਿੱਤੇ ਜਾਂਦੇ ਨੇ, ਲੋਨ ਮਾਫ ਕਰ ਦਿੱਤੇ ਜਾਂਦੇ ਨੇ। ਅਸਲ ਮਾਇਨੇ ਦੇ ਵਿੱਚ ਕੀ ਲੱਗਦਾ ਕਿ ਪਬਲਿਕ ਸੈਕਟਰ ਦੀ ਦਰਕਨਾਰੀ ਤੇ ਨਿੱਜੀਕਰਨ ਅੱਗੇ ਹੋ ਰਿਹਾ। ਇਹਨਾਂ ਨੇ ਕਾਰਪੋਰੇਟ ਘਰਾਣਿਆਂ ਨੂੰ ਫਸਟ ਪ੍ਰਾਇੋਰਟੀ ਤੇ ਰੱਖਿਆ ਤੇ ਆਮ ਲੋਕਾਂ ਨੂੰ ਬਿਲਕੁਲ ਦਰਕਿਨਾਰ ਕਰ ਦਿੱਤਾ। ਬਹੁਤ ਸਾਰੇ ਸੈਕਟਰ ਪਹਿਲਾਂ ਵੀ ਇਹਨਾਂ ਨੇ ਵੇਚ ਦਿੱਤੇ ਆ। ਇਹ ਤਾਂ ਸਰਕਾਰ ਦੇ ਕਹਿਣ ਦੀਆਂ ਗੱਲਾਂ ਕੁਝ ਹੋ ਰਹੀਆਂ, ਪ੍ਰੈਕਟੀਕਲ ਕੁਝ ਹੋ ਰਿਹਾ। ਹੁਣ ਜਿਹੜਾ ਬਿਜਲੀ ਐਕਟ ਕਦੀ 2020 ਦੇ ਵਿੱਚ, ਕਦੀ ਬਿਜਲੀ ਐਕਟ 2022 ਦੇ ਰੂਪ ਵਿੱਚ ਆ ਰਿਹਾ, ਇੰਪਲਾਈਜ਼ ਦੇ ਉੱਤੇ ਬਹੁਤ ਵੱਡਾ ਖਤਰਾ। ਉਸ ਤੋਂ ਕਿਤੇ ਵੱਧ ਸਾਡੇ ਹਿੰਦੁਸਤਾਨ ਦੇ ਲੋਕਾਂ ਦੇ ਉੱਤੇ ਜਿਹੜਾ ਖਤਰਾ ਬਹੁਤ ਵੱਡਾ ਹੋਊਗਾ। ਮੀਟਰ ਉਹ ਲੱਗਣਗੇ ਜਿਨ੍ਹਾਂ ਦੇ ਵਿੱਚ ਜਿੰਨੇ ਪੈਸੇ ਪਵਾਓ ਉਨਾ ਹੀ ਫਿਰ ਤੁਹਾਡਾ ਬਿਜਲੀ ਦੀ ਤੁਸੀਂ ਖਪਤ ਕਰ ਸਕੋਗੇ। ਉਹ ਸਾਰੀ ਸਬਸਿਡੀ ਨੂੰ ਟੋਟਲੀ ਉਹ ਖਤਮ ਕਰਨਾ ਚਾਹੁੰਦੀ ਹੈ। ਸਬਸਿਡੀ ਦਿੱਤੀ ਜਾਂਦੀ ਹੈ ਤੇ ਸਰਕਾਰ ਨੇ ਉਹਦਾ ਭੁਗਤਾਨ ਕਰਨਾ ਹੁੰਦਾ, ਕਿਉਂਕਿ ਉਹ ਫ੍ਰੀ ਨਹੀਂ ਹੁੰਦੀ। ਸਰਕਾਰ ਨੇ ਆਪਣੇ ਖਾਤੇ ਦੇ ਵਿੱਚੋਂ ਕੱਢ ਕੇ PSPCL ਨੂੰ ਦੇਣਾ ਹੁੰਦਾ ਜਾਂ ਬਿਜਲੀ ਬੋਰਡ ਜਿਹੜਾ ਹੁੰਦਾ ਉਹਨੂੰ ਦੇਣਾ ਹੁੰਦਾ। ਸਾਡਾ ਪੰਜਾਬ ਕਿਵੇਂ ਬਚਣਾ ਹੈ, ਪੰਜਾਬ ਨੇ ਡਿਵੈਲਪ ਕਿਵੇਂ ਹੋਣਾ, ਇਹਦੀ ਇਕਨੋਮੀ ਕੀ ਕਹਿੰਦੀ ਹੈ, ਇਹਦੀ ਆਰਥਿਕਤਾ ਕੀ ਬੋਲਦੀ ਹੈ, ਇਹਦੇ ਬਾਰੇ ਕਿਸੇ ਦਾ ਧਿਆਨ ਨਹੀਂ। ਦੁਕਾਨ ਦੇ ਵਿੱਚ ਆਪਾਂ ਸੌਦਾ ਮੁੱਲ ਲੈ ਕੇ ਪਾਵਾਂਗੇ ਤੇ ਫ੍ਰੀ ਵੇਚੀ ਜਾਵਾਂਗੇ, ਉਹ ਦੁਕਾਨ ਬਹੁਤਾ ਸਮਾਂ ਨਹੀਂ ਚੱਲ ਸਕਦੀ। ਕੁਝ ਮਹਿਕਮਿਆਂ ਦੀ ਗੱਲ ਕਰ ਲਈਏ, PSPCL ਮਹਿਕਮਾ ਹੋ ਗਿਆ, ਇਹਨਾਂ ਨੂੰ ਕਮਾਊ ਪੁੱਤ ਵਜੋਂ ਦੇਖਿਆ ਜਾਂਦਾ ਹੁੰਦਾ ਸਰਕਾਰ ਦੇ। ਜੇ ਬਿਜਲੀ ਸੈਕਟਰ ਨਾ ਹੁੰਦਾ ਤੇ ਇਹ ਪੰਜਾਬ ਇੰਨਾ ਵੱਡਾ ਉਤਪਾਦਨ ਨਹੀਂ ਸੀ ਕਰ ਸਕਦਾ। ਜੇ ਪੰਜਾਬ ਉਤਪਾਦਨ ਨਾ ਕਰਦਾ ਤੇ ਸਾਡੇ ਕੇਂਦਰ ਦੀਆਂ ਦੇਸ਼ ਦੀਆਂ ਸਰਕਾਰਾਂ ਦੇ ਤੋਂ ਜਿਹੜਾ ਮੰਗਣ ਵਾਲਾ ਠੂਠਾ ਸੀ ਛੁਡਾਇਆ ਨਹੀਂ ਸੀ ਜਾ ਸਕਦਾ। ਬਿਜਲੀ ਬੋਰਡ ਮਹਿਕਮਾ ਹੈਗਾ ਸਿੱਧੇ ਤੌਰ ਤੇ ਇੱਕ ਹਿਸਾਬ ਨਾਲ ਪ੍ਰਾਈਵੇਟ ਹੱਥਾਂ ਦੇ ਵਿੱਚ ਜਾ ਕੇ ਖੁਦਕੁਸ਼ੀ ਕਰਨ ਦੇ ਬਰਾਬਰ ਤੇ ਆ ਗਿਆ ਤੇ ਲੋਕਾਂ ਨੂੰ ਜਾਗਰੂਕ ਕਰਨਾ ਜ਼ਰੂਰੀ ਹੋਊਗਾ। ਲੋਕਾਂ ਤੱਕ ਆਵਾਜ਼ ਕਿਵੇਂ ਪਹੁੰਚਾ ਰਹੇ? ਲੜਾਈ ਦੇ ਮੈਦਾਨ 'ਚ ਲਿਆਉਣ ਤੋਂ ਪਹਿਲਾਂ ਅਵੇਅਰ ਕਰਨਾ ਜ਼ਰੂਰੀ ਹੁੰਦਾ, ਉਹਨਾਂ ਨੂੰ ਐਜੂਕੇਟ ਕਰਨਾ ਜ਼ਰੂਰੀ ਹੁੰਦਾ। ਚੰਡੀਗੜ੍ਹ ਦੇ ਵਿੱਚ 50,000 ਇਕੱਠ ਦੀਆਂ ਰੈਲੀਆਂ ਕੀਤੀਆਂ, ਕਿਉਂਕਿ ਉਹਨਾਂ ਵਿੱਚ ਜਿੱਥੇ ਬਿਜਲੀ ਬੋਰਡ ਦੇ ਮੁਲਾਜ਼ਮ ਸੀ ਉੱਥੇ ਪੰਜਾਬ ਦੇ ਕਿਸਾਨ, ਪੰਜਾਬ ਦੇ ਮਜ਼ਦੂਰ ਸਾਰੇ ਲੋਕ ਹਾਜ਼ਰ ਸੀ। ਮੁਫਤ ਬਿਜਲੀ ਦਿੱਤੀ ਜਾ ਰਹੀ ਹੈ, ਕਿਤੇ ਨਾ ਕਿਤੇ ਸਾਡੇ ਵਾਸਤੇ ਇਨ ਫਿਊਚਰ ਨੁਕਸਾਨ ਕਰੂਗੀ। ਪੰਜਾਬ ਨੂੰ ਜਿਹੜਾ ਉਹ ਪਿਛਲੇ ਪਾਸੇ ਨੂੰ ਧੱਕ ਕੇ ਲੈ ਜਾਊਗੀ। ਟੀਵੀ ਪੰਜਾਬ ਦੇਖ ਰਹੇ ਹੋ ਤੁਸੀਂ। ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ। ਦੋਸਤੋ, ਪੰਜਾਬ ਨਹੀਂ ਪੂਰੇ ਦੇਸ਼ ਭਰ ਦੇ ਵਿੱਚ ਇੱਕ ਨਿੱਜੀਕਰਨ ਦੀ ਹਵਾ ਚੱਲ ਰਹੀ ਹੈ, ਜਿਸ ਨੂੰ ਲੈ ਕੇ ਬਹੁਤ ਸਾਰੀਆਂ ਚਿੰਤਾਵਾਂ ਜਤਾਈਆਂ ਜਾ ਰਹੀਆਂ ਕਿ ਆਖਰਕਾਰ ਪਬਲਿਕ ਸੈਕਟਰ ਨੂੰ ਕਿਤੇ ਨਾ ਕਿਤੇ ਦਰਕਨਾਰੀ ਦੇ ਵੱਲ ਧਕੇਲਿਆ ਜਾ ਰਿਹਾ। ਤੇ ਦੂਜੇ ਪਾਸੇ ਅਸੀਂ ਗੱਲ ਕਰੀਏ ਤਾਂ ਸਿੱਧੇ ਤੌਰ ਤੇ ਜਿਹੜੇ ਪ੍ਰਾਈਵੇਟ ਸੈਕਟਰ ਨੇ ਉਹਨਾਂ ਦੇ ਉੱਪਰ ਜਿਹੜੀਆਂ ਸਰਕਾਰਾਂ ਦੀ ਮਿਹਰਬਾਨੀ ਰਹੀ ਹੈ। ਵੱਡੇ ਪੱਧਰ ਤੇ ਅਸੀਂ ਦੇਖਦੇ ਹਾਂ ਕਿ ਵੱਡੇ ਵੱਡੇ ਕਰਜ਼ੇ ਉਹਨਾਂ ਨੂੰ ਦਿੱਤੇ ਜਾਂਦੇ ਨੇ, ਲੋਨ ਮਾਫ ਕਰ ਦਿੱਤੇ ਜਾਂਦੇ ਨੇ, ਪਰ ਪਬਲਿਕ ਸੈਕਟਰ ਜਿਹੜਾ ਹੈਗਾ ਉਹਦੇ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਬਹੁਤ ਸਾਰੀਆਂ ਭਰਤੀਆਂ ਨਹੀਂ ਹੋ ਰਹੀਆਂ, ਜਿਹੜੇ ਇਨਫਰਾਸਟ੍ਰਕਚਰ ਆ ਉਹਨਾਂ ਦੇ ਵਿੱਚ ਬਿਹਤਰੀ ਨਹੀਂ ਕੀਤੀ ਜਾ ਰਹੀ। ਤੇ ਬਹੁਤ ਸਾਰੇ ਚਿੰਤਾਵਾਂ, ਬਹੁਤ ਸਾਰੇ ਸ਼ੰਕੇ ਨੇ ਕਿ ਆਖਰਕਾਰ ਅਜਿਹਾ ਕਿਉਂ ਕੀਤਾ ਜਾ ਰਿਹਾ। ਉਚੇਚੇ ਤੌਰ ਤੇ ਕਨਵੈਨਸ਼ਨਾਂ ਬੁਲਾ ਕੇ ਚਿੰਤਨ ਕੀਤਾ ਜਾ ਰਿਹਾ ਕਿ ਆਖਰਕਾਰ ਜੇ ਇਹੀ ਹਾਲ ਰਿਹਾ ਤੇ ਸਰਕਾਰਾਂ ਦੇ ਖਿਲਾਫ ਮੋਰਚਾ ਕਿਵੇਂ ਖੋਲ੍ਹਣਾ ਹੈਗਾ। ਸਾਡੇ ਨਾਲ ਕੁਝ ਆਗੂ ਮੌਜੂਦ ਨੇ ਜਿਹੜੇ ਉਚੇਚੇ ਤੌਰ ਤੇ ਉਪਰਾਲਾ ਕਰ ਰਹੇ ਨੇ ਕਿ ਇੱਥੋਂ ਆਵਾਜ਼ ਬੁਲੰਦ ਕੀਤੀ ਜਾਵੇ ਚੰਡੀਗੜ੍ਹ ਤੋਂ, ਤੇ ਇਸ ਦੀ ਆਵਾਜ਼ ਜਿਹੜੀ ਹੈ ਪੂਰੇ ਦੇਸ਼ ਭਰ ਦੇ ਵਿੱਚ ਫੈਲਾਈ ਜਾਵੇ ਕਿ ਕਿਸ ਤਰੀਕੇ ਨਾਲ ਅਸੀਂ ਇਸ ਦੇ ਖਿਲਾਫ ਐਕਸ਼ਨ ਕਰਨਾ ਹੈਗਾ। ਸਰ, ਕੀ ਨਾਮ ਤੁਹਾਡਾ? ਜਗਤਾਰ ਸਿੰਘ ਉੱਪਲ, ਸੈਕਟਰੀ EEFI। ਸਰ, ਜੇ ਅਸੀਂ ਸਮਝਣ ਦੀ ਕੋਸ਼ਿਸ਼ ਕਰੀਏ, ਬੜੀਆਂ ਅਹਿਮ ਚੀਜ਼ਾਂ ਹੋ ਰਹੀਆਂ ਨੇ ਦੇਸ਼ ਭਰ ਦੇ ਵਿੱਚ। ਇੱਕ ਤੌਰ ਤੇ ਇਹ ਵੀ ਨਾਰਾ ਦਿੱਤਾ ਜਾ ਰਿਹਾ ਕਿ ਦੇਸ਼ ਦਾ ਵਿਕਾਸ ਕੀਤਾ ਜਾ ਰਿਹਾ, ਦੇਸ਼ ਨੂੰ ਝੁਕਣ ਨਹੀਂ ਦਿੱਤਾ ਜਾਵੇਗਾ, ਦੇਸ਼ ਦੇ ਵਿੱਚ ਹਰ ਵਰਗ ਨੂੰ ਉੱਪਰ ਉਠਾਇਆ ਜਾਵੇਗਾ, ਦੇਸ਼ ਦੇ ਵਿੱਚ ਜਿਹੜੇ ਦੇਸ਼ ਦੇ ਵਿੱਚ ਸਮਾਨ ਬਣ ਰਿਹਾ ਉਹਨੂੰ ਪਹਿਲ ਦਿੱਤੀ ਜਾਵੇਗੀ। ਪਰ ਤੁਹਾਡੇ ਹਿਸਾਬ ਦੇ ਨਾਲ ਅਸਲ ਮਾਇਨੇ ਦੇ ਵਿੱਚ ਕੀ ਲੱਗਦਾ ਕਿ ਪਬਲਿਕ ਸੈਕਟਰ ਦੀ ਦਰਕਨਾਰੀ ਤੇ ਨਿੱਜੀਕਰਨ ਅੱਗੇ ਹੋ ਰਿਹਾ? ਇਸ ਤੋਂ ਪਹਿਲਾਂ ਮੈਂ ਥੋੜਾ ਦੱਸਣਾ ਚਾਹੁੰਦਾ ਹਾਂ ਜਿਹੜੀ ਅੱਜ ਲੈਕਸਿਟੀ ਇੰਪਲਾਈ ਫੈਡਰੇਸ਼ਨ ਆਫ ਇੰਡੀਆ ਦੀ 9ਵੀਂ ਕਾਨਫਰੰਸ ਹੋ ਰਹੀ ਆ। ਇੱਕ ਤਾਂ ਪਹਿਲਾਂ ਇਹਦੇ ਕਨਸਟੀਟਿਊਸ਼ਨ ਦੇ ਮੁਤਾਬਕ 3 ਸਾਲ ਬਾਅਦ ਇਹਦੀ ਬਕਾਇਦਾ ਕਾਨਫਰੰਸ ਹੁੰਦੀ ਆ, ਨਵੀਂ ਕਮੇਟੀ ਇਲੈਕਟ ਕੀਤੀ ਜਾਂਦੀ ਆ ਜਿਹਨਾਂ ਨਾਲ 3 ਸਾਲ ਦੇ ਵਿੱਚ ਕੰਮ ਕਰਨਾ ਹੁੰਦਾ। ਸੋ ਉਹ ਤੋਂ ਇਲਾਵਾ ਜਿਹੜੇ ਮੇਨ ਮੁੱਦੇ ਆ, ਇਹ ਤਾਂ ਸਰਕਾਰ ਦੇ ਕਹਿਣ ਦੀਆਂ ਗੱਲਾਂ ਕੁਝ ਹੋ ਰਹੀਆਂ, ਪ੍ਰੈਕਟੀਕਲ ਕੁਝ ਹੋ ਰਿਹਾ। ਅਸੀਂ ਜਿਵੇਂ ਵਿਸ਼ੇਸ਼ ਤੌਰ ਤੇ ਸਮਝਦੇ, ਭਾਵੇਂ ਪਹਿਲੀਆਂ ਵੀ ਸਰਮਾਏਦਾਰ ਸਰਕਾਰਾਂ ਇਹ ਕਰਦੀਆਂ ਰਹੀਆਂ, ਪਰ ਜਦੋਂ ਦੀ ਇਹ BJP ਦੀ ਸਰਕਾਰ, ਮੋਦੀ ਸਰਕਾਰ ਆਈ ਆ, ਇਹਨਾਂ ਨੇ ਕਾਰਪੋਰੇਟ ਘਰਾਣਿਆਂ ਨੂੰ ਫਸਟ ਪ੍ਰਾਇੋਰਟੀ ਤੇ ਰੱਖਿਆ ਤੇ ਆਮ ਲੋਕਾਂ ਨੂੰ ਬਿਲਕੁਲ ਦਰਕਿਨਾਰ ਕਰ ਦਿੱਤਾ। ਬਹੁਤ ਸਾਰੇ ਸੈਕਟਰ ਪਹਿਲਾਂ ਵੀ ਇਹਨਾਂ ਨੇ ਵੇਚ ਦਿੱਤੇ ਆ। ਇੱਥੋਂ ਸਾਡੇ ਜਿਹੜੇ ਬਿਜਲੀ ਬੋਰਡ ਸੀ, ਜਿਹਦੇ ਨਾਲ ਸਾਡਾ ਆਮ ਘਰੇਲੂ ਜਿਹੜਾ ਖਪਤਕਾਰ ਉਹ ਸੰਬੰਧਿਤ ਹੈ, ਇਹਨਾਂ ਨੂੰ ਤੋੜ ਕੇ ਉਹਨਾਂ ਨੇ ਇਹਨਾਂ ਦੀਆਂ ਕਾਰਪੋਰੇਸ਼ਨਾਂ ਬਣਾਤੀਆਂ। ਹੁਣ ਜਿਹੜਾ ਬਿਜਲੀ ਐਕਟ ਕਦੀ 2020 ਦੇ ਵਿੱਚ, ਕਦੀ ਬਿਜਲੀ ਐਕਟ 2022 ਦੇ ਰੂਪ ਵਿੱਚ ਆ ਰਿਹਾ, ਈਵਨ ਸਰਕਾਰ ਨੇ ਨੋਟੀਫਿਕੇਸ਼ਨ ਵੀ ਕਰ ਦਿੱਤੀ ਹੈ ਵੀ ਇਹਨੂੰ ਪ੍ਰਾਈਵੇਟਾਈਜੇਸ਼ਨ ਕਰਨ ਦੀ। ਔਰ ਉਹ ਜੇ ਪ੍ਰਾਈਵੇਟਾਈਜੇਸ਼ਨ ਹੋ ਜਾਂਦੀ ਹੈ, ਮੈਂ ਸਮਝਦਾ ਵੀ ਜਿੱਥੇ ਸਾਡੇ ਇੰਪਲਾਈਜ਼ ਦੇ ਉੱਤੇ ਬਹੁਤ ਵੱਡਾ ਖਤਰਾ, ਉਸ ਤੋਂ ਕਿਤੇ ਵੱਧ ਸਾਡੇ ਹਿੰਦੁਸਤਾਨ ਦੇ ਲੋਕਾਂ ਦੇ ਉੱਤੇ ਜਿਹੜਾ ਖਤਰਾ ਬਹੁਤ ਵੱਡਾ ਹੋਊਗਾ। ਕਿਉਂਕਿ ਜਿਹੜੇ ਕਾਰਪੋਰੇਟ ਘਰਾਣੇ ਹੋਣਗੇ, ਉਹਨਾਂ ਦੀ ਫਸਟ ਪ੍ਰਾਇੋਰਟੀ ਹੋਊਗੀ ਜਿਹੜਾ ਉਹਨਾਂ ਨੇ ਮੁਨਾਫਾ ਕਿਵੇਂ ਕਮਾਉਣਾ ਹੈ। ਉਸ ਮੁਨਾਫੇ ਦੇ ਵਿੱਚ ਉਹਨਾਂ ਨੇ ਜਿਹੜੇ ਰੈਵਨਿਊ ਵੱਧ ਆਉਣ ਵਾਲੇ ਇਲਾਕੇ ਆ ਉਹਨਾਂ ਨੂੰ ਉਹ ਪਹਿਲ ਦੇਣਗੇ। ਜਿਹੜੇ ਸਾਡੇ ਬਹੁਤ ਪਿੰਡਾਂ ਦੇ ਜਿਹੜੇ ਸਾਡੇ ਜਿਵੇਂ ਫਾਰ ਐਗਜ਼ਾਮਪਲ ਪੰਜਾਬ ਆ, ਪੰਜਾਬ ਦੇ ਪਿੰਡਾਂ ਦੇ ਲੋਕ ਜਿਹੜੇ ਖੇਤੀ ਕਰਦੇ ਆ, ਬਹੁਤ ਦੂਰ ਦਰਾਡੇ ਰਹਿ ਰਹੇ ਆ, ਉਹਨੂੰ ਬਿਲਕੁਲ ਇਗਨੋਰ ਕਰ ਦੇਣਗੇ। ਸਰ, ਇੱਕ ਬੜੀ ਅਹਿਮ ਚੀਜ਼ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਪ੍ਰਾਈਵੇਟਾਈਜੇਸ਼ਨ, ਉਹਦੇ ਵਿੱਚ ਇਹ ਹੁੰਦਾ ਕਿ ਜਿਹੜੇ ਨਿੱਜੀ ਘਰਾਣੇ ਨੇ ਉਹਨਾਂ ਨਾਲ ਆਪਣਾ
ਫਾਇਦਾ ਦੇਖਣਾ ਹੈਗਾ। ਬਿਲਕੁਲ। ਇੱਕ ਵੱਡੇ ਪੱਧਰ ਤੇ ਚਰਚਾ ਚੱਲ ਰਹੀ ਹੈ ਇਸ ਵੇਲੇ ਕਿ ਮੀਟਰ ਜਿਹੜੇ ਨੇ ਉਹ ਬਦਲੇ ਜਾ ਰਹੇ ਨੇ। ਮੀਟਰ ਉਹ ਲੱਗਣਗੇ ਜਿਨ੍ਹਾਂ ਦੇ ਵਿੱਚ ਜਿੰਨੇ ਪੈਸੇ ਪਵਾਓ ਉਨਾ ਹੀ ਫਿਰ ਤੁਹਾਡਾ ਬਿਜਲੀ ਦੀ ਤੁਸੀਂ ਖਪਤ ਕਰ ਸਕੋਗੇ। ਇਹਦੇ ਵਿੱਚ ਤੁਸੀਂ ਇਸ ਚੀਜ਼ ਨੂੰ ਜਿਹੜੀ ਹੋਣ ਜਾ ਰਹੀ ਹੈ ਜਾਂ ਨਵੇਂ ਹੁਕਮ ਜਾਰੀ ਕੀਤੇ ਜਾ ਰਹੇ ਨੇ, ਇਹ ਤੁਹਾਨੂੰ ਵੀ ਤੁਹਾਡੇ ਧਿਆਨ ਦੇ ਵਿੱਚ ਹੋਣੀ ਚਾਹੀਦੀ? ਜੇ ਸਾਡੇ ਧਿਆਨ ਦੇ ਵਿੱਚ ਸਭ ਕੁਝ ਹੈ, ਅਸੀਂ ਮਹਿਸੂਸ ਕਰ ਰਹੇ ਹਾਂ ਵੀ ਐਕਚੁਅਲੀ ਸਰਕਾਰ ਦੀ ਜਿਹੜੀ ਟੈਂਡੈਂਸੀ ਆ, ਸਰਕਾਰ ਚਾਹੁੰਦੀ ਹੈ ਵੀ ਜਿਹੜੀ ਵੀ ਲੋਕਾਂ ਨੂੰ ਸਬਸਿਡੀ ਮਿਲਦੀ ਹੈ, ਜਿਹੜੀ ਕਿ ਖਾਸ ਕਰਕੇ ਐਗਰੀਕਲਚਰ ਦੇ ਅੰਦਰ ਬਹੁਤ ਜ਼ਰੂਰੀ ਹੁੰਦੀ ਆ, ਉਹ ਸਾਰੀ ਸਬਸਿਡੀ ਨੂੰ ਟੋਟਲੀ ਉਹ ਖਤਮ ਕਰਨਾ ਚਾਹੁੰਦੀ ਹੈ। ਇਹਦੇ ਵਾਸਤੇ ਜਿਹੜੀਆਂ ਨਵੀਆਂ ਪ੍ਰਪੋਜ਼ਲਾਂ, ਨਵੀਆਂ ਸਕੀਮਾਂ ਆ ਰਹੀਆਂ। ਸੋ ਜੇ ਪ੍ਰਾਈਵੇਟਾਈਜੇਸ਼ਨ ਹੁੰਦੀ ਹੈ, ਜਿਵੇਂ ਜਿੱਥੇ ਵੀ ਹੋ ਗਈ ਆ, ਉੱਥੇ ਕੋਈ ਵੀ ਚੀਜ਼ ਮੁਨਾਫੇ ਵਿੱਚ ਨਹੀਂ ਆਈ। ਨਾ ਜਿੱਥੇ ਬਿਜਲੀ ਬੋਰਡ ਟੁੱਟੇ ਆ, ਨਾ ਕਿਸੇ ਸਟੇਟ ਦਾ ਲਾਈਨ ਲਾਸ ਜਿਹੜੇ ਆ ਉਹ ਕੱਟੇ ਆ, ਨਾ ਕਿਸੇ ਸਟੇਟ ਦਾ ਮੁਨਾਫਾ ਵਧਿਆ ਹੈ, ਨਾ ਕਿਸੇ ਸਟੇਟ ਦੇ ਇਦਾਂ ਦੀ ਇਸ ਤੋਂ ਵੱਧ ਡਿਵੈਲਪਮੈਂਟ ਹੋਈ ਆ। ਜਦੋਂ ਇਹ ਸਾਡਾ ਪਬਲਿਕ ਸੈਕਟਰ ਸੀ, ਉਦੋਂ ਸਾਡੀ ਇੱਕ ਹੁੰਦੀ ਸੀ ਗਰੰਟੀ ਵੀ 3% ਇਹਨੇ ਮੁਨਾਫਾ ਕਮਾਉਣਾ ਹੀ ਕਮਾਉਣਾ ਇਸ ਅਦਾਰੇ ਨੇ। ਅੱਜ ਇਹ ਅਦਾਰਾ ਕਰਜ਼ੇ ਥੱਲੇ ਦੱਬਿਆ ਗਿਆ ਹੈ। ਥਾਂ ਤੇ ਜਿਹੜੀ ਸਰਕਾਰ ਆ ਉਹ ਵੀ ਸਬਸਿਡੀਆਂ ਦੇ ਰਹੀ ਹੈ, ਦੇਵੇ ਸਰਕਾਰ, ਸਾਨੂੰ ਕੋਈ ਇਤਰਾਜ਼ ਨਹੀਂ, ਪਰ ਉਹਨਾਂ ਅਦਾਰਿਆਂ ਨੂੰ ਜਿਹੜਾ ਬਣਦਾ ਸਰਕਾਰਾਂ ਵੱਲੋਂ ਸਬਸਿਡੀ ਉਹ ਵੀ ਨਹੀਂ ਦਿੱਤੀ ਜਾ ਰਹੀ। ਅਸਲ ਉਹ ਹਾਲਾਤ ਇਦਾਂ ਦੇ ਪੈਦਾ ਕੀਤੇ ਜਾ ਰਹੇ ਵੀ ਲੋਕ ਇਹ ਕਹਿ ਦੇਣ ਵੀ ਯਾਰ ਇਹ ਸਿਸਟਮ ਨਾਲੋਂ ਤਾਂ ਪ੍ਰਾਈਵੇਟ ਸਿਸਟਮ ਚੰਗਾ, ਉਹ ਲਿਆ ਦਿਓ ਸਾਨੂੰ। ਬੜੀ ਅਹਿਮ ਚੀਜ਼ ਤੁਸੀਂ ਛੇੜੀ ਇਹਦੇ ਵਿੱਚ ਗੱਲ ਕਰਦੇ ਕਿ ਸਬਸਿਡੀ ਦਿੱਤੀ ਜਾਂਦੀ ਹੈ ਤੇ ਸਰਕਾਰ ਨੇ ਉਹਦਾ ਭੁਗਤਾਨ ਕਰਨਾ ਹੁੰਦਾ, ਕਿਉਂਕਿ ਉਹ ਫ੍ਰੀ ਨਹੀਂ ਹੁੰਦੀ। ਸਰਕਾਰ ਨੇ ਆਪਣੇ ਖਾਤੇ ਦੇ ਵਿੱਚੋਂ ਕੱਟ ਕੇ PSPCL ਨੂੰ ਦੇਣਾ ਹੁੰਦਾ ਜਾਂ ਬਿਜਲੀ ਬੋਰਡ ਜਿਹੜਾ ਹੁੰਦਾ ਉਹਨੂੰ ਦੇਣਾ ਹੁੰਦਾ। ਤੇ ਇਹ ਤੁਹਾਨੂੰ ਲੱਗਦਾ ਕਿ ਇਸ ਵੇਲੇ ਉਹ ਹਾਲਾਤ ਹੈਗੇ ਨੇ ਕਿ ਇਸ ਤਰੀਕੇ ਦੇ ਵੱਡੀਆਂ ਸਬਸਿਡੀਆਂ 300 ਯੂਨਿਟ 600 ਯੂਨਿਟ 2 ਮਹੀਨਿਆਂ ਦੀ ਮਾਫ ਕੀਤੀ ਜਾ ਸਕੇ ਤੇ ਉੱਪਰੋਂ ਬਾਅਦ ਵਿੱਚ ਉਹਦੀ ਪ੍ਰਸ਼ੰਸਾ ਵੀ ਕੀਤੀ ਜਾਂਦੀ ਹੈ ਕਿ ਅਸੀਂ ਬਹੁਤ ਵੱਡਾ ਕੰਮ ਕਰ ਦਿੱਤਾ ਹੈ? ਐਕਚੁਅਲ ਸਾਡੀ ਸਰਕਾਰ, ਜੇ ਆਪਾਂ ਪੰਜਾਬ ਸਰਕਾਰ ਦੀ ਵੀ ਗੱਲ ਕਰ ਲਈਏ ਉਦਾਹਰਨ ਦੇ ਤੌਰ ਤੇ, ਮੈਂ ਸਮਝਦਾ ਵੀ ਸਰਕਾਰਾਂ ਕੋਲੇ ਫਸਟ ਪ੍ਰਾਇੋਰਟੀ ਬਣ ਗਈ ਉਹਨਾਂ ਦੀ ਵੋਟ ਬੈਂਕ। ਸਾਡਾ ਪੰਜਾਬ ਕਿਵੇਂ ਬਚਣਾ ਹੈ, ਪੰਜਾਬ ਨੇ ਡਿਵੈਲਪ ਕਿਵੇਂ ਹੋਣਾ, ਇਹਦੀ ਇਕਨੋਮੀ ਕੀ ਕਹਿੰਦੀ ਹੈ, ਇਹਦੀ ਆਰਥਿਕਤਾ ਕੀ ਬੋਲਦੀ ਹੈ, ਇਹਦੇ ਵੱਲ ਕਿਸੇ ਦਾ ਧਿਆਨ ਨਹੀਂ। ਇੱਕ ਦੌੜ ਲੱਗੀ ਹੈ ਵੀ ਜੇ ਕਿਸੇ ਨੇ 10 ਰੁਪਏ ਦੀ ਮਤਲਬ ਫ੍ਰੀ ਚੀਜ਼ ਦਿੱਤੀ ਆ, ਮੈਂ ਉਹਨੂੰ 20 ਰੁਪਏ ਦੇ ਦਿਆਂ। ਸੋ ਪਿਛਲੀਆਂ ਸਰਕਾਰਾਂ ਵੇਲੇ ਵੀ ਇਹੀ ਹੁੰਦਾ ਰਿਹਾ। ਜਿਹੜਾ ਹੁਣ ਲੋਕਾਂ ਨੂੰ ਆਸ ਸੀ ਬੜੇ ਵੱਡੇ ਬਦਲਾਅ ਦੀ, ਉਹ ਉਸ ਤੋਂ ਵੀ ਅੱਗੇ ਜਾ ਰਿਹਾ। 600 ਯੂਨਿਟ ਫ੍ਰੀ ਬਿਜਲੀ ਕੋਈ ਛੋਟੀ ਗੱਲ ਨਹੀਂ, ਬਹੁਤ ਵੱਡੀ ਗੱਲ ਹੈ। ਬਟ ਟੋਟਲ ਦੀ ਟੋਟਲ ਬਿਜਲੀ ਫ੍ਰੀ ਕਰ ਦੇਣੀ। ਜੇ ਕਿਸੇ ਦੁਕਾਨ ਦੇ ਵਿੱਚ ਆਪਾਂ ਸੌਦਾ ਮੁੱਲ ਲੈ ਕੇ ਪਾਵਾਂਗੇ ਤੇ ਫ੍ਰੀ ਵੇਚੀ ਜਾਵਾਂਗੇ, ਉਹ ਦੁਕਾਨ ਬਹੁਤਾ ਸਮਾਂ ਨਹੀਂ ਚੱਲ ਸਕਦੀ। ਸੋ ਅਸੀਂ ਚਾਹੁੰਦੇ ਹਾਂ ਸਰਕਾਰ ਜੇ ਲੋਕਾਂ ਨੂੰ ਕੋਈ ਚੀਜ਼ ਦੀ ਸਹੂਲਤ ਦੇਣੀ ਚਾਹੁੰਦੀ ਹੈ ਦੇਵੇ, ਪਰ ਉਹਦੇ ਅਵਜ਼ਾਨੇ ਵਿੱਚ ਜੋ ਬਣਦਾ ਹੈ ਸਰਕਾਰ ਦਾ, ਉਹ ਸਾਡੇ ਅਦਾਰੇ ਨੂੰ ਉਹ ਕੰਪਨਸੇਟ ਕਰੇ। ਤਾਂ ਬੜੀ ਅਹਿਮ ਚੀਜ਼, ਜਿਵੇਂ ਅਸੀਂ ਕੁਝ ਮਹਿਕਮਿਆਂ ਦੀ ਗੱਲ ਕਰ ਲਈਏ, PSPCL ਮਹਿਕਮਾ ਹੋ ਗਿਆ, ਇਹਨਾਂ ਨੂੰ ਕਮਾਊ ਪੁੱਤ ਵਜੋਂ ਦੇਖਿਆ ਜਾਂਦਾ ਹੁੰਦਾ ਸਰਕਾਰ ਦੇ, ਕਿਉਂਕਿ ਕਮਾਊ ਪੁੱਤ ਹੈਗੇ। ਇਹਨਾਂ ਨੇ ਦੇਸ਼ ਦੀ ਜਾਂ ਸੂਬੇ ਦੀ ਜਾਂ ਸਟੇਟ ਦੀ ਰੈਵਨਿਊ ਤੇ ਤੌਰ ਤੇ ਅਸੀਂ ਦੇਖਦੇ ਹਾਂ ਤਾਂ ਇਹਨੂੰ ਪੁਸ਼ ਕਰਨਾ ਹੁੰਦਾ, ਧੱਕਾ ਦੇਣਾ ਹੁੰਦਾ ਵੀ ਹਾਂ ਇੱਥੋਂ ਪੈਸਾ ਆ ਰਿਹਾ। ਇਹ ਕੁਝ ਮਹਿਕਮੇ ਹੁੰਦੇ ਨੇ, ਲੱਗਦਾ ਕਿ ਉਹਨਾਂ ਮਹਿਕਮਿਆਂ ਦੀ ਵੀ ਹੁਣ ਜੜ ਪੱਟੀ ਜਾ ਰਹੀ ਤਾਂ ਜੋ ਨਿੱਜੀਕਰਨ ਅੱਗੇ ਆ ਜਾਵੇ। ਨਹੀਂ, ਦੋ ਗੱਲਾਂ ਜੀ। ਇੱਕ ਤੇ ਜਿਹੜਾ ਇਲੈਕਟ੍ਰਿਸਿਟੀ ਡਿਪਾਰਟਮੈਂਟ ਆ, ਇਹਦੇ ਵਿੱਚ ਇੱਕ ਤਾਂ ਹੁੰਦਾ ਬਈ ਇਹਦੇ ਚੋਂ ਰੈਵਨਿਊ ਬਹੁਤ ਆ ਰਿਹਾ, ਮੁਨਾਫਾ ਕਮਾਉਂਦਾ, ਇਹ ਪੰਜਾਬ ਸਟੇਟ ਨੂੰ ਸਾਡੀ ਨੂੰ ਇਹ ਸਟਰੋਂਗ ਕਰਦਾ। ਦੂਸਰਾ ਸੀ ਵੀ ਇਹਨੇ ਜਿਹੜਾ ਗ੍ਰੀਨ ਰੈਵਨਿਊ ਆਇਆ ਪਿਛਲੇ ਸਮੇਂ ਦੇ ਵਿੱਚ, ਰੈਵੋਲੂਸ਼ਨ ਆਇਆ, ਉਹਦੇ ਵਿੱਚ ਇਸ ਡਿਪਾਰਟਮੈਂਟ ਦਾ, ਇਸ ਅਦਾਰੇ ਦਾ, ਬਿਜਲੀ ਸੈਕਟਰ ਦਾ ਬਹੁਤ ਵੱਡਾ ਯੋਗਦਾਨ ਆ। ਜੇ ਬਿਜਲੀ ਸੈਕਟਰ ਨਾ ਹੁੰਦਾ ਤੇ ਇਹ ਪੰਜਾਬ ਇੰਨਾ ਵੱਡਾ ਉਤਪਾਦਨ ਨਹੀਂ ਸੀ ਕਰ ਸਕਦਾ। ਜੇ ਪੰਜਾਬ ਉਤਪਾਦਨ ਨਾ ਕਰਦਾ ਤੇ ਸਾਡੇ ਕੇਂਦਰ ਦੀਆਂ, ਦੇਸ਼ ਦੀਆਂ ਸਰਕਾਰਾਂ ਤੋਂ ਜਿਹੜਾ ਮੰਗਣ ਵਾਲਾ ਠੂਠਾ ਸੀ, ਉਹ ਛੁਡਾਇਆ ਨਹੀਂ ਸੀ ਜਾ ਸਕਦਾ। ਇਹਦੀ ਬਹੁਤ ਵੱਡੀ ਕੁਰਬਾਨੀ ਆ ਤੇ ਸਾਨੂੰ ਲੱਗਦਾ ਵੀ ਅੱਜ ਪੰਜਾਬ ਉਸ ਕੁਰਬਾਨੀ ਦਾ ਸਗੋਂ ਮੁੱਲ ਉਤਾਰ ਰਿਹਾ ਵਾ, ਜਿਸ ਪਾਸੇ ਸਾਡੀਆਂ ਸਰਕਾਰਾਂ ਜਾ ਰਹੀਆਂ। ਇਹ ਵੇਖਣ ਨੂੰ ਅਸੀਂ ਅਲੱਗ-ਅਲੱਗ ਜਾਪਦੇ ਆ, ਪਰ ਜਿਵੇਂ ਜਿਹੀਆਂ ਪਾਲਿਸੀਆਂ ਸੈਂਟਰ ਦੀ ਸਰਕਾਰ ਲਾਗੂ ਕਰ ਰਹੀ ਆ, ਉੱਦਾਂ ਦੀਆਂ ਪਾਲਿਸੀਆਂ ਸਾਡੀ ਇਹ ਪੰਜਾਬ ਦੀ ਸਰਕਾਰ ਲਾਗੂ ਕਰ ਰਹੀ ਆ। ਉਹਨਾਂ ਵਾਸਤੇ ਜਿਹੜੇ ਆਮ ਲੋਕ ਆ, ਆਮ ਸਧਾਰਨ ਨਾਗਰਿਕ ਆ, ਆਮ ਖਪਤਕਾਰ ਆ, ਉਹਨਾਂ ਦੇ ਵਾਸਤੇ ਕੋਈ ਮਾਇਨੇ ਰੱਖਦਾ। ਉਹਦੇ ਵਾਸਤੇ ਵੀ ਅਸੀਂ ਵੋਟ ਪ੍ਰਾਪਤ ਕਰਨ ਵਾਸਤੇ ਕੁਝ ਵੀ ਕਰਨ ਨੂੰ ਤਿਆਰ ਹੋ ਸਕਦੇ ਆ। ਇਹ ਸਾਰਾ ਕੁਝ ਜੋ ਕੁਝ ਕੀਤਾ ਜਾ ਰਿਹਾ, ਉਹ ਵੀ ਵੋਟ ਬੈਂਕ ਦਾ ਇੱਕ ਸਿੱਟਾ ਹੈ। ਇੱਕ ਬੜੀ ਅਹਿਮ ਚੀਜ਼ ਹੈ, ਕਿਉਂਕਿ ਆਮ ਤੌਰ ਤੇ ਅਸੀਂ ਦੇਖਦੇ ਹਾਂ ਕਿ ਲੋਕਾਂ ਨੂੰ ਜਾਗਰੂਕ ਕਰਨਾ ਬੜਾ ਜ਼ਰੂਰੀ ਹੁੰਦਾ, ਕਿਉਂਕਿ ਲੋਕਾਂ ਨੂੰ ਤਾਂ ਚੰਗੀ ਚੀਜ਼ ਲੱਗਦੀ ਹੈ ਨਾ ਕਿ 300 ਯੂਨਿਟ ਮੁਫਤ ਮਿਲ ਗਈ, 600 ਯੂਨਿਟ ਮੁਫਤ ਮਿਲ ਗਈ, ਉਹਨਾਂ ਨੂੰ ਚੰਗੀ ਲੱਗਦੀ ਹੈ ਚੀਜ਼। ਪਰ ਇਹ ਨਹੀਂ ਪਤਾ ਹੁੰਦਾ ਕਿ ਅਲਟੀਮੇਟਲੀ ਇਹ ਜਿਹੜਾ ਪੈਸਾ ਤੁਹਾਡੇ ਟੈਕਸ ਦੇ ਵਿੱਚੋਂ ਹੀ ਭੁਗਤਾਨ ਕੀਤਾ ਜਾ ਰਿਹਾ। ਲੋਕਾਂ ਨੂੰ ਸਮਝ ਨਹੀਂ ਹੁੰਦੀ ਇਸ ਚੀਜ਼ ਦੀ। ਤੁਸੀਂ ਹੁਣ ਆਪਣੇ ਤੌਰ ਤੇ ਕਿਸ ਤਰੀਕੇ ਨਾਲ ਲੋਕਾਂ ਨੂੰ ਜਾਗਰੂਕ ਕਰੋਗੇ ਕਿ ਜਿਹੜਾ ਪੰਜਾਬ ਦਾ ਬਿਜਲੀ ਬੋਰਡ ਮਹਿਕਮਾ ਹੈਗਾ, ਸਿੱਧੇ ਤੌਰ ਤੇ ਇੱਕ ਹਿਸਾਬ ਨਾਲ ਪ੍ਰਾਈਵੇਟ ਹੱਥਾਂ ਦੇ ਵਿੱਚ ਜਾ ਕੇ ਖੁਦਕੁਸ਼ੀ ਕਰਨ ਦੇ ਬਰਾਬਰ ਤੇ ਆ ਗਿਆ, ਤੇ ਲੋਕਾਂ ਨੂੰ ਜਾਗਰੂਕ ਕਰਨਾ ਜ਼ਰੂਰੀ ਹੋਊਗਾ। ਲੋਕਾਂ ਤੱਕ ਆਵਾਜ਼ ਕਿਵੇਂ ਪਹੁੰਚਾ ਰਹੇ ਹੋ? ਦੇਖੋ, ਇਹਦੇ ਵਿੱਚ ਨੋ ਡਾਊਟ ਵੀ ਲੋਕਾਂ ਨੂੰ ਕਿਸੇ ਵੀ ਇਸ਼ੂ ਵਾਸਤੇ ਲੜਾਈ ਦੇ ਮੈਦਾਨ 'ਚ ਲਿਆਉਣ ਤੋਂ ਪਹਿਲਾਂ ਅਵੇਅਰ ਕਰਨਾ ਜ਼ਰੂਰੀ ਹੁੰਦਾ, ਉਹਨਾਂ ਨੂੰ ਐਜੂਕੇਟ ਕਰਨਾ ਜ਼ਰੂਰੀ ਹੁੰਦਾ। ਸ਼ਾਇਦ ਉਸ ਐਜੂਕੇਸ਼ਨ ਦਾ ਸਿੱਟਾ ਸੀ ਪਿਛਲੇ ਸਮੇਂ 'ਚ, ਜੋ 2010 'ਚ ਪੰਜਾਬ ਦਾ ਬਿਜਲੀ ਬੋਰਡ ਤੋੜਿਆ। ਉਦੋਂ ਅਸੀਂ ਚੰਡੀਗੜ੍ਹ ਦੇ ਵਿੱਚ 50,000 ਇਕੱਠ ਦੀਆਂ ਰੈਲੀਆਂ ਕੀਤੀਆਂ, ਕਿਉਂਕਿ ਉਹਨਾਂ ਵਿੱਚ ਜਿੱਥੇ ਬਿਜਲੀ ਬੋਰਡ ਦੇ ਮੁਲਾਜ਼ਮ ਸੀ, ਉੱਥੇ ਪੰਜਾਬ ਦੇ ਕਿਸਾਨ, ਪੰਜਾਬ ਦੇ ਮਜ਼ਦੂਰ, ਸਾਰੇ ਲੋਕ ਹਾਜ਼ਰ ਸੀ। ਸੋ ਇਸ ਜਿਹੜੀ ਕਿਸਾਨ ਐਜੀਟੇਸ਼ਨ ਚੱਲੀ ਆ,
ਉਸ ਕਿਸਾਨ ਐਜੀਟੇਸ਼ਨ ਨੇ ਵੀ ਇਸ ਪਾਸੇ ਵੱਲ ਭੂਮਿਕਾ ਨਿਭਾਈ ਆ। ਲੋਕ ਇਸ ਗੱਲ ਤੋਂ ਲਗਭਗ ਐਜੂਕੇਟ ਹੋ ਰਹੇ ਆ ਵੀ ਜਿਹੜੀ ਸਾਨੂੰ ਮੁਫਤ ਬਿਜਲੀ ਦਿੱਤੀ ਜਾ ਰਹੀ ਹੈ ਕਿਤੇ ਨਾ ਕਿਤੇ ਸਾਡੇ ਵਾਸਤੇ ਇਨ ਫਿਊਚਰ ਨੁਕਸਾਨ ਕਰੂਗੀ, ਪੰਜਾਬ ਨੂੰ ਜਿਹੜਾ ਉਹ ਪਿਛਲੇ ਪਾਸੇ ਢੱਕ ਕੇ ਲੈ ਜਾਊਗੀ। ਕਿਉਂਕਿ ਪੰਜਾਬ ਦੇ ਪੱਲੇ ਕਿਸੇ ਪਾਸੇ ਤੋਂ ਵੀ ਕਿਸੇ ਮਹਿਕਮੇ ਵੱਲੋਂ ਵੀ ਇਹਨਾਂ ਨੂੰ ਕੁਝ ਆਉਣ ਪ੍ਰਾਪਤ ਨਹੀਂ ਹੋ ਰਿਹਾ, ਸਗੋਂ ਲੁੱਟ ਹੋ ਰਹੀ ਆ। ਜੇ ਤੁਸੀਂ ਵੇਖਿਆ ਪੰਜਾਬ ਸਰਕਾਰ ਨੇ ਅਸੀਂ ਰੇਤਾ ਫ੍ਰੀ ਕਰ ਦਾਂਗੇ, ਜਿਹੜਾ 1100 ਰੁਪਏ ਨੂੰ ਸੈਂਕੜਾ ਮਿਲਦਾ ਸੀ ਅੱਜ 7000 ਨੂੰ ਸੈਂਕੜਾ ਹੋ ਗਿਆ। ਸੋ ਇਦਾਂ ਦੇ ਬਾਕੀ ਚੀਜ਼ਾਂ ਵਾ। ਸੋ ਅਸੀਂ ਸਮਝਦੇ ਹਾਂ ਜੇ ਸਾਡਾ ਇਹ ਸੈਕਟਰ ਜਿਹੜਾ ਬਿਜਲੀ ਦਾ ਸੈਕਟਰ ਜਿਹੜਾ ਜੇ ਇਹਦੀ ਪ੍ਰਾਈਵੇਟਾਈਜੇਸ਼ਨ ਹੋ ਜਾਂਦੀ ਆ ਤੇ ਪੰਜਾਬ ਦੇ ਲੋਕਾਂ ਦੀ ਹਾਲਤ ਬਦ ਤੋਂ ਬਦਤਰ ਹੋ ਜਾਊਗੀ। ਜਿਹੜਾ ਪੰਜਾਬ ਇੱਕ ਨੰਬਰ ਤੇ ਜਿਹੜਾ ਪਹਿਲਾਂ ਹੀ 14ਵੇਂ 15ਵੇਂ ਨੰਬਰ ਤੇ ਜਾ ਚੁੱਕਾ ਆ, ਮੈਨੂੰ ਲੱਗਦਾ ਵੀ ਸਭ ਤੋਂ ਅਖੀਰ ਤੇ ਪਹੁੰਚ ਜਾਊਗਾ। ਅਸੀਂ ਮੰਨ ਲਈਏ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਲੋਕੀ ਜਿਹਦਾ ਮੋਬਾਈਲ ਦੇ ਰੀਚਾਰਜ ਕਰਵਾਉਂਦੇ ਨੇ ਤੇ ਬਿਜਲੀ ਵੀ ਇੱਦਾਂ ਰੀਚਾਰਜ ਕਰਾਉਣੀ ਪਿਆ ਕਰੂਗੀ। ਮੈਨੂੰ ਲੱਗਦਾ ਵੈਸੇ ਜੋ ਪੰਜਾਬ ਦੇ ਹਾਲਾਤ ਆ, ਪੰਜਾਬ ਦੇ ਲੋਕ ਇਸ ਗੱਲ ਦਾ ਸਖਤ ਵਿਰੋਧ ਕਰਨਗੇ, ਇਹਨੂੰ ਅਪੋਜ਼ ਕਰਨਗੇ। ਉਹਦੇ ਸਿੱਟੇ ਕੀ ਨਿਕਲਦੇ ਆ ਤੇ ਇਹ ਤਾਂ ਭਵਿੱਖ ਦੀ ਕੋਖ ਵਿੱਚ ਆ, ਪਰ ਇਹਦਾ ਵਿਰੋਧ ਰਾਜਨੀਤਿਕ ਤੌਰ ਤੇ ਕਰਨਗੇ ਵੀ ਜੋ ਤੁਸੀਂ ਕਰਨ ਜਾ ਰਹੇ ਹੋ ਸਾਡੇ ਲੋਕਾਂ ਦੇ ਵਾਸਤੇ, ਸਾਡੇ ਆਮ ਲੋਕਾਂ ਦੇ ਵਾਸਤੇ ਹਿੱਤ ਵਿੱਚ ਨਹੀਂ, ਇਹ ਜਨਹਿੱਤ ਦੇ ਸਭ ਕੁਝ ਅਗੇਂਸਟ ਜਾ ਰਿਹਾ। ਇਹਦੇ ਵਿਰੁੱਧ ਲੋਕੀ ਫਾਈਟ ਕਰਨਗੇ। ਕਿਸਾਨਾਂ ਦੀ ਅਸੀਂ ਗੱਲ ਕਰੀਏ, ਕਿਸਾਨ ਬੈਕਬੋਨ ਹੈਗੇ ਪੰਜਾਬ ਦੀ ਇਕਨੋਮੀ ਦੀ। ਅਸੀਂ ਜਦੋਂ ਗੱਲ ਕਰਦੇ ਤਾਂ ਸਭ ਤੋਂ ਵੱਡਾ ਸੈਕਟਰ ਖੇਤੀ ਸੈਕਟਰ ਹੈਗਾ। ਜਦੋਂ ਕਰੋਨਾ ਕਾਲ ਵੀ ਆਇਆ ਤਾਂ ਸਭ ਤੋਂ ਪੋਜ਼ਿਟਿਵ ਦੇ ਵਿੱਚ ਜੇ ਕੋਈ ਸੈਕਟਰ ਰਿਹਾ ਤਾਂ ਖੇਤੀਬਾੜੀ ਦਾ ਸੈਕਟਰ ਰਿਹਾ। ਲੱਗਦਾ ਕਿ ਉਸ ਸੈਕਟਰ ਦੇ ਉੱਪਰ ਵੀ ਵੱਡੀ ਮਾਰ ਹੋਊਗੀ ਜੇ ਇਸ ਤਰੀਕੇ ਨਾਲ ਬਿਜਲੀ ਮਹਿਕਮੇ ਦੇ ਉੱਪਰ ਸਿੱਧੇ ਤੌਰ ਤੇ ਨਿੱਜੀ ਘਰਾਣਿਆਂ ਦਾ ਹੱਕ ਆ ਜਾਂਦਾ। ਮੈਂ ਤੁਹਾਨੂੰ ਪਹਿਲਾਂ ਬੇਨਤੀ ਕੀਤੀ ਵੀ ਸਭ ਤੋਂ ਵੱਡੀ ਮਾਰ ਪੈਣੀ ਹੀ ਉਹਨਾਂ ਲੋਕਾਂ ਉੱਤੇ ਆ, ਕਿਸਾਨਾਂ ਉੱਤੇ। ਸਭ ਤੋਂ ਵੱਡੀ ਮਾਰ ਕਿਸਾਨ ਦੇ ਉੱਤੇ ਤੇ ਮਜ਼ਦੂਰ ਤੇ ਸਭ ਤੋਂ ਵੱਡੀ ਪੈਣੀ ਆ। ਕਿਉਂਕਿ ਦੇਖੋ ਵੀ ਇੱਕ ਸਮਾਂ ਸੀ ਸਾਡਾ ਜਦੋਂ ਸਿਕਿਉਰਿਟੀ 200 ਰੁਪਈਆ ਸੀ, ਕਨੈਕਸ਼ਨ ਫੀਸ ਬਹੁਤ ਥੋੜੀ ਸੀ, ਉਦੋਂ ਸਾਡਾ ਅਦਾਰਾ ਮੁਨਾਫੇ ਸੀ। ਅੱਜ ਕਨੈਕਸ਼ਨ ਫੀਸਾਂ ਲੱਖਾਂ ਵਿੱਚ ਹੈ, ਸਿਕਿਉਰਿਟੀ ਲੱਖਾਂ ਵਿੱਚ ਹੈ, ਸਾਡਾ ਅਦਾਰਾ ਘਾਟੇ ਵਿੱਚ ਕਿਉਂ ਹੈ? ਇਹ ਸਰਕਾਰ ਦੀਆਂ ਪਾਲਿਸੀਆਂ ਦੀ ਬਦੌਲਤ ਹੈ। ਸੋ ਜੇ ਇਹ ਸਟੈਪ ਸਰਕਾਰ ਚੁੱਕਣ ਜਿਵੇਂ ਜਾ ਰਹੀ ਹੈ, ਜਿਵੇਂ ਸੈਂਟਰ ਬਹੁਤ ਤੇਜ਼ੀ ਨਾਲ ਵਧ ਰਿਹਾ ਤੇ ਸਟੇਟ ਉਹਦੀ ਹਾਂ ਵਿੱਚ ਹਾਂ ਮਿਲਾਈ ਜਾ ਰਿਹਾ ਸਹੀ। ਕਈ ਕੁਝ ਖੁੱਸ ਗਿਆ, ਜਿੱਦਾਂ BBMB ਖੁੱਸ ਗਿਆ, ਕਈ ਹੋਰ ਕੁਝ ਯੂਨੀਵਰਸਿਟੀਆਂ ਖੁੱਸਦੀਆਂ ਜਾ ਰਹੀਆਂ। ਇਵੇਂ ਮੈਨੂੰ ਲੱਗਦਾ ਪੰਜਾਬ ਸਰਕਾਰ ਇਹਦੇ ਉੱਤੇ ਬਹੁਤੀ ਸੰਜੀਦਾ ਨਹੀਂ ਹੋਊਗੀ। ਇਹਦੇ ਉੱਤੇ ਪੰਜਾਬ ਦੇ ਲੋਕਾਂ ਨੂੰ ਦਿਸ ਪਿਆ ਵੀ ਸਾਡੇ ਸਾਹਮਣੇ ਇਹ ਮੌਤ ਦੇ ਵਾਰੰਟ ਆ ਰਿਹਾ ਜਿਹੜੀ ਨੋਟੀਫਿਕੇਸ਼ਨ ਸੈਂਟਰ ਨੇ ਕੀਤੀ ਆ। ਜੇ ਪ੍ਰਾਈਵੇਟਾਈਜੇਸ਼ਨ ਹੁੰਦੀ ਆ ਉਹਨਾਂ ਵਾਸਤੇ ਫਿਰ ਲੜੋ ਤੇ ਮਰੋ ਵਾਲੀ ਪੋਜੀਸ਼ਨ ਦੋ ਹੋ ਜਾਣਗੀਆਂ। ਸੋ ਮੈਨੂੰ ਲੱਗਦਾ ਲੋਕ ਲੜਨਗੇ ਇਹਦੇ ਉੱਤੇ। ਇੱਕ ਬੜੀ ਅਹਿਮ ਚੀਜ਼ ਅਖੀਰ ਤੇ ਮੈਂ ਪੁੱਛਣਾ ਚਾਹਾਂਗਾ, ਜਿਵੇਂ ਤੁਸੀਂ ਜ਼ਿਕਰ ਕਰ ਰਹੇ ਸੀਗੇ ਬਾਕੀ ਚੀਜ਼ਾਂ ਦਾ ਵੀ ਨਾਲ ਦੀ ਨਾਲ, ਤੇ ਜੇ ਇਸ ਵਕਤ ਜਿਹੋ ਜਿਹੇ ਹਾਲਾਤ ਨੇ, ਅਸੀਂ ਆਮ ਤੌਰ ਤੇ ਦੇਖਦੇ ਹਾਂ ਤੁਹਾਡੇ ਵਰਗੇ ਸੱਜਣ ਹੋਗੇ ਜਾਂ ਹੋਰ ਸੱਜਣ ਹੋਗੇ ਜਿਹੜੇ ਜਾਣਦੇ ਨੇ ਵੀ ਆਲੀਆਂ ਚੀਜ਼ਾਂ ਨੁਕਸਾਨ ਕਰ ਰਹੀਆਂ, ਇਹਨਾਂ ਨੂੰ ਹਟਾ ਕੇ ਇਹਨਾਂ ਦੀ ਥਾਂ ਚੰਗੀਆਂ ਚੀਜ਼ਾਂ ਕੀਤੀਆਂ ਜਾ ਸਕਦੀਆਂ। ਕੀ ਸਰਕਾਰਾਂ ਦੇ ਵੱਡੇ ਸੰਤਰੀਆਂ ਮੰਤਰੀਆਂ ਆਗੂਆਂ ਨੂੰ ਉਹ ਚੀਜ਼ਾਂ ਨਜ਼ਰ ਨਹੀਂ ਆਉਂਦੀਆਂ ਕਿ ਮਹਿਕਮਾ ਜਿਹੜਾ ਆ ਘਾਟੇ 'ਚ ਜਾ ਰਿਹਾ ਤੇ ਅਸੀਂ ਆਲੀਆਂ ਚੀਜ਼ਾਂ ਕਰ ਲਈਏ? ਇਹੀ ਸਾਡੀ ਬੈਡ ਲੱਕ ਵੀ ਸਾਡਾ ਪੋਲੀਟੀਸ਼ੀਅਨ ਜਿਹੜਾ ਵਾ ਉਹ ਇਸ ਪਾਸੇ ਨੂੰ ਸੋਚਦਾ ਹੀ ਨਹੀਂਗਾ ਵੀ ਪੰਜਾਬ ਨੂੰ ਕਿਵੇਂ ਅਸੀਂ ਡਿਵੈਲਪ ਕਰਨਾ, ਸਟੇਟ ਨੂੰ ਕਿਵੇਂ, ਦੇਸ਼ ਨੂੰ ਕਿਵੇਂ ਕਰਨਾ। ਉਹਦੇ ਸਾਹਮਣੇ ਵੋਟ ਬੈਂਕ ਜਿਹੜਾ ਵਾ ਉਹ ਸਭ ਤੋਂ ਵੱਡੀ ਪ੍ਰਾਇੋਰਟੀ ਬਣ ਗਈ ਆ। ਜਿਹੜੇ ਕੋਈ ਇੱਕਾ ਦੁੱਕਾ ਕੋਈ ਓਨੈਸਟ ਵਿਅਕਤੀ ਬੈਠਾ ਵੀ ਆ, ਕਿਉਂਕਿ ਸਵਾਲ ਪਾਲਿਸੀ ਮੈਟਰ ਦਾ, ਸਵਾਲ ਕਲਾਸ ਦਾ ਆ, ਕਿਉਂਕਿ ਉਹ ਉਸ ਕਲਾਸ ਨਾਲ ਜੁੜੇ ਹੋਏ ਲੋਕ ਆ ਜਿਹੜੇ ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ ਜਾਂ ਸਰਮਾਏ ਦੇ ਹੱਕ ਵਿੱਚ ਭੁਗਤਣ ਵਾਲੇ ਆ। ਸੋ ਇੱਕਾ ਦੁੱਕਾ ਜੇ ਹੋਊਗਾ ਤਾਂ ਉਹਦੀ ਆਵਾਜ਼ ਜਿਹੜੀ ਉਹ ਦੱਬ ਕੇ ਕੰਧਾਂ ਦੇ ਵਿੱਚ ਵੱਜ ਕੇ ਰਹਿ ਜਾਂਦੀ ਆ, ਉਹਦੀ ਆਵਾਜ਼ ਸੁਣੀ ਨਹੀਂ ਜਾਣੀ। ਸੋ ਉੱਥੇ ਉਹੀ ਕੁਛ ਹੋਣਾ ਵਾ ਜੋ ਕਾਰਪੋਰੇਟ ਘਰਾਣੇ ਉਹਨਾਂ ਨੂੰ ਇਸ਼ਾਰਾ ਕਰਦੇ ਉਹਦੇ ਮੁਤਾਬਕ ਇਹ ਚੱਲਣਗੇ, ਇਹਨਾਂ ਦੀਆਂ ਮਜਬੂਰੀਆਂ। ਕਿਉਂਕਿ ਤੁਸੀਂ ਦੇਖੋ ਅੱਜ ਪੰਜਾਬ ਸਰਕਾਰ ਦੇਖ ਲਓ ਤੁਸੀਂ ਵੀ ਇਹ ਹੋਰ ਬਿਆਨ ਆ ਜਾਣਗੇ ਪਰ ਕਾਰਪੋਰੇਟ ਘਰਾਣੇ ਦੇ ਖਿਲਾਫ ਬਿਆਨ ਨਹੀਂ ਆਊਗਾ। ਇਹਨੇ ਪਿਛਲੇ ਸਮੇਂ 'ਚ ਇਹਨਾਂ ਸਿਲੈਕਸ਼ਨ ਵੀ ਕੀਤੀ ਆ ਰਾਜ ਸਭਾ ਮੈਂਬਰਾਂ ਦੀ, ਉੱਥੇ ਵੀ ਉਹੀ ਸਰਮਾਏਦਾਰ ਲੋਕ ਗਏ ਆ। ਉਦੋਂ ਸਧਾਰਨ ਲੋਕ ਨਹੀਂ ਨਜ਼ਰ ਆਏ, ਉਹ ਨਹੀਂ ਗਏ, ਉਹੀ ਸਰਮਾਏਦਾਰ ਗਏ ਆ ਜਿਹੜੇ ਜਿਨ੍ਹਾਂ ਦਾ ਸਾਡਾ ਜਿਹੜਾ ਇਕਨੋਮੀ ਹੈ, ਸਾਡਾ ਪੈਸਾ ਜਿਨ੍ਹਾਂ ਕੋਲ ਪਹਿਲੋਂ ਜਮ੍ਹਾਂ ਹੋ ਰਿਹਾ ਸਾਰਾ। ਹੁਣ ਸਧਾਰਨ ਬੰਦਾ ਲਗਾਤਾਰ ਗਰੀਬ ਹੋ ਜਾ ਰਿਹਾ ਤੇ ਅਮੀਰ ਜਿਹੜਾ ਹੋਰ ਲਗਾਤਾਰ ਅਮੀਰ ਹੋ ਰਿਹਾ। ਇਟ ਮੀਨਸ ਜਿਹੜੀਆਂ ਪਾਲਿਸੀਜ਼ ਬਣ ਰਹੀਆਂ ਉਹ ਸਾਡੀ ਆਮ ਜਨਤਾ ਦੇ ਅਗੇਂਸਟ ਬਣ ਰਹੀਆਂ ਤੇ ਉਹਨਾਂ ਲੋਕਾਂ ਦੇ ਹੱਕ 'ਚ ਬਣ ਰਹੀਆਂ। ਇਹਦੇ ਵਾਸਤੇ ਅਸੀਂ ਜਿੰਨਾ ਕੁ ਯਤਨ ਕਰ ਰਹੇ ਹਾਂ, ਇੱਥੇ ਜਿੱਥੇ ਮੁਲਾਜ਼ਮਾਂ ਨੂੰ ਐਜੂਕੇਟ ਕਰਦੇ ਹਾਂ, ਇੱਥੇ ਆ ਜਿਹੜਾ ਅੱਜ ਦੀ ਕਨਵੈਨਸ਼ਨ ਔਰ ਕਾਨਫਰੰਸ ਹੋ ਰਹੀ ਆ ਉਹਦਾ ਵੀ ਸਿੱਟਾ ਇਹੋ ਜਿਹਾ ਵੀ ਆਲ ਇੰਡੀਆ ਦੀਆਂ ਸਾਰੀਆਂ ਸਟੇਟਾਂ ਦੀ ਇੱਕ ਜਥੇਬੰਦੀ ਹੈ, ਉੱਥੇ ਬੈਠ ਕੇ ਵਿਚਾਰਾਂ ਕਰ ਰਹੇ ਵੀ ਆਉਣ ਵਾਲੇ ਸਮੇਂ 'ਚ ਇਹਨਾਂ ਸਰਕਾਰ ਦੇ ਨੋਟੀਫਿਕੇਸ਼ਨਾਂ ਤੇ ਬਿੱਲਾਂ ਦੇ ਖਿਲਾਫ ਕਿਵੇਂ ਲੜਨਾ ਆ ਤੇ ਆਮ ਆਵਾਮ ਨੂੰ ਨਾਲ ਕਿਵੇਂ ਲੜਨਾ ਆ। ਉਹਦੇ ਵਾਸਤੇ ਇੱਕ ਸੰਭਾਵਨਾ ਆ ਕਿ ਵੱਡੀ ਮੂਵਮੈਂਟ ਦੇਸ਼ ਅੰਦਰ ਜਿਹੜੀ ਇਸ ਸੈਕਟਰ ਦੇ ਨੂੰ ਬਚਾਉਣ ਵਾਸਤੇ ਕੀਤੀ ਜਾਊਗੀ ਲਾਜ਼ਮੀ ਤੌਰ 'ਤੇ। ਕੀ ਨਾਮ ਜੀ ਤੁਹਾਡਾ? ਕੁਲਦੀਪ ਖੰਨਾ ਜੀ। ਕੁਲਦੀਪ ਜੀ, ਇਹ ਬੜੀ ਅਹਿਮ ਚੀਜ਼ਾਂ ਸਰ ਨੇ ਕਹਿ ਦਿੱਤੀਆਂ, ਬਹੁਤ ਸਾਰੀਆਂ ਚੀਜ਼ਾਂ ਸੀਗੀਆਂ ਜਿਹੜੀਆਂ ਸਮਝਣ ਵਾਲੀਆਂ ਹੈਗੀਆਂ। ਤੁਹਾਨੂੰ ਲੱਗਦਾ ਕਿ ਇਸ ਵੇਲੇ ਜਿਵੇਂ ਤੁਸੀਂ ਤਕਰੀਰਾਂ ਵੀ ਕਰ ਰਹੇ ਸੀਗੇ ਕਿ ਲੋਕਾਂ ਨੂੰ ਜਾਗਰੂਕ ਕਰਨਾ ਬੜਾ ਜ਼ਰੂਰੀ ਹੈ ਇਸ ਮੌਕੇ ਤੇ? ਦੇਖੋ ਜੀ, ਸਾਡੇ ਕੋਲ ਹੋਰ ਕੋਈ ਵਿਕਲਪ ਹੀ ਹੈ ਨਹੀਂ ਗੇ ਤੋਂ ਬਿਨਾਂ। ਅਸੀਂ ਲਗਾਤਾਰ 1991 ਤੋਂ ਲਾ ਕੇ ਲੱਗੇ ਹੋਏ ਹਾਂ। ਮਨਮੋਹਨ ਸਿੰਘ ਤੇ ਨਰਸਿਮਹਾ ਰਾਓ ਦੀ ਸਰਕਾਰ ਇਹ ਨਿਊ ਇਕਨੋਮਿਕ ਪਾਲਿਸੀ ਲੈ ਕੇ ਆਈ ਸੀ, ਸਾਰਾ ਕੁਝ ਉਹਦੇ ਵਿੱਚੋਂ ਹੀ ਨਿਕਲਿਆ। ਅਸੀਂ ਇਹਦੇ ਤੇ ਇਸ ਕਰਕੇ ਆਸਮੰਦ ਹਾਂ
ਕਿਉਂਕਿ 1974 ਦੇ ਵਿੱਚ ਪੰਜਾਬ ਦਾ ਬਿਜਲੀ ਮੁਲਾਜ਼ਮ ਆਪਣੀਆਂ ਮੰਗਾਂ ਦੇ ਲਈ ਸੜਕਾਂ ਤੇ ਆ ਗਿਆ। ਉਨੀ ਮਾਰ ਉਦੋਂ ਪ੍ਰਸ਼ਾਸਨ ਵੱਲੋਂ ਨਹੀਂ ਸੀ ਪਈ ਜਿੰਨੀ ਸਾਨੂੰ ਪਿੰਡ ਦੇ ਲੋਕਾਂ ਵੱਲੋਂ ਪਈ ਸੀ। ਮਤਲਬ ਕਿ ਸਾਡੀ ਐਜੀਟੇਸ਼ਨ ਜੇ ਕਹਿਣਾ ਹੋਵੇ ਵੀ ਉਹ ਫੇਲ ਹੋਈ ਸੀ ਤੇ ਪਿੰਡਾਂ ਦੇ ਲੋਕਾਂ ਨੇ ਸਾਡਾ ਸਾਥ ਨਹੀਂ ਸੀ ਦਿੱਤਾ। ਉਸ ਤੋਂ ਬਾਅਦ ਇੱਕ ਸਮਾਂ ਇਹੋ ਜਿਹਾ ਆਇਆ ਜਿਹਦੇ 'ਚ ਸਾਡੀ ਇਹ ਸਮਝ ਬਣ ਗਈ ਵੀ ਆਪਾਂ ਜਿੰਨਾ ਚਿਰ ਆਪਣੀ ਚਾਰ ਦੀਵਾਰੀ ਤੋਂ ਬਾਹਰ ਨਹੀਂ ਜਾਂਦੇ ਉਹਨਾਂ ਚਿਰ ਤੱਕ ਇਸ ਵੱਡੇ ਹਮਲੇ ਦਾ ਟਾਕਰਾ ਨਹੀਂ ਕੀਤਾ ਜਾ ਸਕਦਾ। ਅਸੀਂ ਉਸ ਦਿਸ਼ਾ 'ਚ ਅੱਗੇ ਵਧੇ। ਅਸੀਂ ਪਿੰਡਾਂ ਦੇ ਵਿੱਚ ਗਏ, ਝੰਡਾ ਮਾਰਚ ਕੀਤਾ, ਕਸਬਿਆਂ ਦੇ ਵਿੱਚ ਗਏ, ਝੰਡਾ ਮਾਰਚ ਕੀਤਾ, ਸ਼ਹਿਰਾਂ ਦੇ ਵਿੱਚ ਗਏ, ਅਸੀਂ ਕਨਵੈਨਸ਼ਨਾਂ ਕੀਤੀਆਂ। ਉਹ ਕਨਵੈਨਸ਼ਨਾਂ ਕਰਕੇ ਅਸੀਂ ਲੋਕਾਂ ਨੂੰ ਇਸ ਗੱਲ ਤੋਂ ਐਜੂਕੇਟ ਕੀਤਾ ਵੀ ਇਹ ਨਿਰਾਪੁਰਾ ਇਹੀ ਦੇਖਣ ਦਾ ਸਵਾਲ ਨਹੀਂ ਵੀ ਸਾਡੇ 4 ਪੈਸੇ ਇੱਧਰੋਂ ਬਚਦੇ ਆ ਜਾਂ ਸਾਨੂੰ ਕੋਈ ਸਬਸਿਡੀ ਦੇ ਰਿਹਾ। ਇਹਦਾ ਆਊਟਪੁੱਟ, ਇਹਦਾ ਦੂਜਾ ਰੂਪ ਅਸਲ ਦੇ ਵਿੱਚ ਕੀ ਹੈ, ਉਹ ਵੱਡਾ ਘਾਤਕ ਹੈ। ਉਹਦਾ ਸਿੱਟਾ ਇਹ ਨਿਕਲਿਆ ਵੀ ਅਸੀਂ 2003 ਤੋਂ ਬਾਅਦ ਲਗਾਤਾਰ 2010 ਤੱਕ, ਜਿਹਦਾ ਜ਼ਿਕਰ ਸਾਥੀ ਉੱਪਲ ਜੀ ਨੇ ਕੀਤਾ ਵੀ 2010 ਦੇ ਵਿੱਚ ਜਾ ਕੇ ਅਸੀਂ ਅਜੇ 2 ਪਿੱਛੇ ਹੁੰਦੇ ਸੀ ਕਦਮ, ਤੇ ਪੰਜਾਬ ਦੇ ਕਿਸਾਨ ਤੇ ਮਜ਼ਦੂਰ ਸਾਡੇ ਅੱਗੇ ਹੁੰਦੇ ਸੀ ਕਿ ਅਸੀਂ ਇਸ ਸਨਅਤ ਨੂੰ ਜਿਹੜਾ ਵਿਕਣ ਨਹੀਂ ਦੇਣਾ, ਅਸੀਂ ਇਸ ਸਨਅਤ ਦੀ ਰਾਖੀ ਕਰਾਂਗੇ। ਹੁਣ ਜਿਹੜਾ ਸਵਾਲ ਹੈ, ਹੁਣ ਸਵਾਲ ਇਹ ਹੈ ਕਿ ਨਰਸਿਮਹਾ ਰਾਓ ਤੇ ਮਨਮੋਹਨ ਸਿੰਘ ਨੇ ਤਾਂ ਨੀਤੀਆਂ ਲਿਆ ਕੇ ਜਿਹੜਾ ਰੰਗ ਲਾਉਣਾ ਸੀ ਲਾਤਾ, ਪਰ ਮੋਦੀ ਐਂਡ ਕੰਪਨੀ ਜਿਹੜੀ ਬੀਜੇਪੀ ਦੀ ਸਰਕਾਰ ਹੈ ਇਹ ਤਾਂ ਸ਼ਰੇਆਮ ਕਾਰਪੋਰੇਟ ਘਰਾਣਿਆਂ ਦੀ ਬੁੱਕਲ ਦੇ ਵਿੱਚ ਬੈਠ ਗਈ ਹੈ। ਇਹਨੇ ਟੋਟਲ ਜਿੰਨੇ ਵੀ ਕਮਾਊ ਪੁੱਤ ਸੀ, ਜਿਵੇਂ ਸਾਡਾ ਬਿਜਲੀ ਬੋਰਡ ਸੀਗਾ, ਟਰਾਂਸਪੋਰਟ ਹੈ, ਇੱਕ ਨੇ BSNL ਸੀ, LIC ਸੀ, ਤੁਸੀਂ ਦੇਖੋ ਵੀ ਉਹਦੇ ਬਾਰੇ ਉਹਨਾਂ ਦਾ ਨਜ਼ਰੀਆ ਕੀ ਹੈ। ਐਸੇ ਲੋਕ ਸਭਾ ਦਾ ਸੈਸ਼ਨ ਜਿਹੜਾ ਹੋ ਕੇ ਹਟਿਆ ਉਹਦੇ ਵਿੱਚ ਜਿਹੜਾ ਬਿਜਲੀ ਸੋਧ ਬਿੱਲ 2022 ਸੀ ਉਹ ਲੈ ਕੇ ਆਇਆ। ਉਹਦਾ ਜਿੱਥੇ ਉਸ ਲੋਕ ਸਭਾ ਦੇ ਅੰਦਰ ਵਿਰੋਧ ਹੋਇਆ ਵੱਡੀ ਪੱਧਰ ਤੇ, ਬਾਹਰ ਵੀ ਵਿਰੋਧ ਹੋਇਆ, ਕਿਸਾਨਾਂ ਨੇ ਵੀ ਵਿਰੋਧ ਕੀਤਾ, ਅਸੀਂ ਵੀ ਆਲ ਇੰਡੀਆ ਪੱਧਰ ਤੇ ਬਿਜਲੀ ਮੁਲਾਜ਼ਮਾਂ ਨੇ ਇਹਦਾ ਵਿਰੋਧ ਕੀਤਾ। ਸਰਕਾਰ ਨੂੰ ਸਟੈਂਡਿੰਗ ਕਮੇਟੀ ਕੋਲ ਭੇਜਣਾ ਪੈ ਗਿਆ। ਇੰਨੀ ਬਦਮਾਸ਼ੀ ਉਹਨੇ ਕੀਤੀ ਹੈ ਕਿ ਉਸ ਤੋਂ ਬਾਅਦ ਸਤੰਬਰ ਮਹੀਨੇ ਦੇ ਵਿੱਚ ਆ ਕੇ ਫਿਰ ਉਹਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਤਾ। ਉਹ ਨੋਟੀਫਿਕੇਸ਼ਨ ਜਾਰੀ ਉਹਨੇ ਉਸ ਦਿਸ਼ਾ 'ਚ ਔਰ ਉਸ ਸੰਦਰਭ ਦੇ ਵਿੱਚ ਕੀਤਾ ਜਿਹਦਾ ਸਾਥੀ ਉੱਪਲ ਜੀ ਨੇ ਜ਼ਿਕਰ ਕੀਤਾ ਸੀ ਵੀ ਉਹ ਤੁਸੀਂ ਚੋਣ ਕਰ ਲਓ ਆ ਕੇ ਉਹਨਾਂ ਏਰੀਆ ਦੀ ਜਿੱਥੋਂ ਤੁਹਾਡੀਆਂ ਤਿਜੋਰੀਆਂ ਭਰ ਸਕਦੀਆਂ। ਸਾਡੇ ਪਿੰਡਾਂ ਵੱਲ ਨਹੀਂ ਕਿਸੇ ਨੇ ਝਾਕਣਾ। ਰਗੜਾ ਕਿਹਨੂੰ ਲੱਗੂਗਾ? ਕਿਸਾਨਾਂ ਨੂੰ ਲੱਗੂਗਾ ਤੇ ਮਜ਼ਦੂਰਾਂ ਨੂੰ ਲੱਗੂਗਾ। ਅਸਲ ਦੇ ਵਿੱਚ ਹੈ ਕਿ ਵੀ ਪਿਛਲੀ ਜਿਹੜੀ ਕਿਸਾਨਾਂ ਦੀ ਮੂਵਮੈਂਟ ਚੱਲੀ ਹੈ ਉਸ ਮੂਵਮੈਂਟ ਨੇ ਹਿੰਦੁਸਤਾਨ ਦੇ ਲੋਕਾਂ ਨੂੰ ਇੰਨੀ ਕੁ ਗੱਲ ਤਾਂ ਕਹਿਣ ਲਾ ਦਿੱਤੀ ਕਿ ਸਰਕਾਰ ਦੀ ਹਰ ਪਾਲਿਸੀ ਸਾਡੇ ਅਗੇਂਸਟ ਹੈ, ਕਾਰਪੋਰੇਟ ਘਰਾਣੇ ਦੇ ਹੱਕ 'ਚ ਹੈ। ਇੱਕ ਜਿਹੜਾ ਮਾੜੀ ਮੋਟੀ ਆਸ ਸੀ ਪੰਜਾਬ ਦੇ ਵਿੱਚ ਉਹ ਬਦਲਾ ਲਿਆਓ ਜੀ, ਐ ਕਰਾਂਗੇ ਬਾਹ ਕਰਾਂਗੇ। ਆ ਪਿਛਲੇ 6-7 ਮਹੀਨਿਆਂ ਦਾ ਇੱਕ ਇਤਿਹਾਸ ਦੱਸ ਰਿਹਾ ਹੈ ਕਿ ਪੰਜਾਬ ਦੇ ਅੰਦਰ ਵੀ ਭਗਵੰਤ ਮਾਨ ਤੇ ਕੇਜਰੀਵਾਲ ਦੀ ਜੋੜੀ 4 ਕਦਮ ਅੱਗੇ ਚਲੇ ਗਈ ਹੈ। ਮੋਦੀ ਉਹਨਾਂ ਤੁਸੀਂ ਇੱਕ ਬੜੀ ਅਹਿਮ ਗੱਲ ਕੀਤੀ, ਜਿਵੇਂ ਜ਼ਿਕਰ ਕਰ ਹੀ ਰਹੇ ਸੀਗੇ ਕਿ ਜੇ ਭਾਵੇਂ ਕੇਂਦਰ ਦੇ ਵਿੱਚ ਕਾਂਗਰਸ ਦੀ ਸਰਕਾਰ ਰਹੀ ਹੋਵੇ ਚਾਹੇ ਭਾਜਪਾ ਦੀ ਸਰਕਾਰ ਰਹੀ ਹੋਵੇ, ਨੁਕਸਾਨ ਹੋਇਆ। ਸਟੇਟ ਪੱਧਰ ਤੇ ਵੀ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ, ਤੁਸੀਂ ਜ਼ਿਕਰ ਕਰ ਰਹੇ ਸੀਗੇ। ਸੂਬੇ ਦੇ ਵਿੱਚ ਅਕਾਲੀ ਸਰਕਾਰ ਵੀ ਰਹੀ, ਫਿਰ ਕਾਂਗਰਸ ਸਰਕਾਰ ਵੀ ਰਹੀ, ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਹੈਗੀ। ਲੱਗਦਾ ਕਿ ਤਿੰਨੇ ਪਾਰਟੀਆਂ ਨੇ ਆਪਣੀ ਭੂਮਿਕਾ ਲੋਕਾਂ ਦੇ ਵਿਰੋਧ ਦੇ ਵਿੱਚ ਨਿਭਾਈ ਹੈਗੀ। ਦੇਖੋ, ਇਹਨਾਂ ਦੇ ਸ਼ਬਦਾਂ 'ਚ ਫਰਕ ਤਾਂ ਹੋ ਸਕਦਾ, ਲੁੱਟਣ ਦੀ ਪ੍ਰੈਕਟਿਸ ਦੇ ਵਿੱਚ ਇਹਨਾਂ ਦਾ ਢੰਗ ਤਰੀਕਾ ਕੋਈ ਹੋਰ ਹੋ ਸਕਦਾ। ਐਕਚੁਅਲੀ ਇਹਨਾਂ ਦਾ ਪਾਲਿਸੀ ਦੇ ਖਿਲਾਫ ਕਿਸੇ ਦਾ 1 ਇੰਚ ਦਾ ਵੀ ਵਿਰੋਧ ਨਹੀਂਗਾ, ਭੋਰਾ ਮਾਸਾ ਵਿਰੋਧ ਨਹੀਂਗਾ। ਅਕਾਲੀ ਬੀਜੇਪੀ ਨੇ 1997 ਤੋਂ ਬਲੀ ਦੇਣੀ ਸ਼ੁਰੂ ਕੀਤੀ, ਐਗਰੀਕਲਚਰ ਫੈਕਟਰ ਸ਼ੁਰੂ ਕਰਤਾ, OCB ਨੂੰ ਦੇ ਦਿੱਤਾ, ਦੂਜਿਆਂ ਨੂੰ ਦੇ ਦਿੱਤਾ, ਤੀਜਿਆਂ ਨੂੰ ਦੇ ਦਿੱਤਾ ਸੀ ਕਿ ਦਿਓ ਜੀ ਸਦਕੇ ਦਿਓ। ਪਰ ਜੇ ਇਸ ਅਦਾਰੇ ਨੂੰ ਜਿਉਣ ਜੋਗਾ ਵੀ ਰੱਖੋ ਨਾ, ਜਿਹੜਾ ਕੁਝ ਤੁਹਾਡਾ ਫਰਜ਼ ਬਣਦਾ ਤੁਸੀਂ ਵੀ ਦਿਓ ਇਸ ਅਦਾਰੇ ਨੂੰ। 16/4/2010 ਨੂੰ ਜਾ ਕੇ 2 ਕਾਰਪੋਰੇਸ਼ਨਾਂ ਬਣ ਗਈਆਂ। 16/4/2010 ਨੂੰ ਉਸ ਵੇਲੇ ਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਹ ਕਹਿ ਰਿਹਾ ਸੀ ਮੈਨੂੰ ਮੰਦਿਰ 'ਚ ਲੈ ਜਾਓ, ਮਸਜਿਦ 'ਚ ਲੈ ਜਾਓ, ਕਿਸੇ ਗੁਰਦੁਆਰੇ 'ਚ ਲੈ ਜਾਓ, ਮੈਂ ਤੀਜੀ ਇਹਦੀ ਜਿਹੜੀ ਨਹੀਂ ਬਣਾਵਾਂਗਾ, ਕੰਪਨੀ ਨਹੀਂ ਬਣਾਵਾਂਗਾ, ਤੁਹਾਡਾ ਕੋਈ ਕਿਸੇ ਕਿਸਮ ਦਾ ਨੁਕਸਾਨ ਨਹੀਂ ਹੋਣ ਦੇਵਾਂਗਾ। ਪਰ ਉਸ ਤੋਂ ਬਾਅਦ ਹੋਇਆ ਕੀ ਹੈ? ਕਾਂਗਰਸ ਆ ਗਈ। ਜੋ ਰੰਗ ਕਾਂਗਰਸ ਨੇ, ਜੋ ਜਿਹੜਾ ਕਹਿੰਦੇ ਆ ਵੀ ਚੱਜ ਅਸਲ 'ਚ ਕਾਂਗਰਸ ਦੇ 5 ਸਾਲ ਰਾਜ ਕਰਨ ਵਾਲੇ ਨਹੀਂ ਸੀ। ਉਹਨਾਂ ਨੇ ਤਾਂ ਰੇਤਾ ਬਜਰੀ ਲੁੱਟ ਲਿਆ, ਲੁੱਟ ਲਿਆ, ਲੁੱਟ ਲਿਆ, ਆਪਣੀਆਂ ਤਿਜੋਰੀਆਂ ਭਰੀਆਂ। ਇੱਕ ਵੱਡੀ ਆਸ ਸੀ ਜਿਹੜੀ ਲੋਕਾਂ ਦੀ, ਇੱਕ ਮੈਂ ਸਮਝਦਾ ਕਿ ਉਹ ਇੱਕ ਕਾਲਪਨਿਕ ਗੱਲ ਸੀ ਵੀ ਅਸੀਂ ਬਦਲਾ ਲਿਆ ਕੇ ਸ਼ਾਇਦ ਆਪਣੀ ਕਿਸਮਤ ਅਜਮਾ ਜਾਵਾਂਗੇ। ਆਮ ਲੋਕਾਂ ਦੀ ਸੀ ਜਿਹੜੀ। ਸਭ ਤੋਂ ਪਹਿਲਾਂ ਜਿਨ੍ਹਾਂ ਦੇ ਇਕੱਠਾਂ ਦੇ ਵਿੱਚ ਕੇਜਰੀਵਾਲ ਗਿਆ, ਜਿਨ੍ਹਾਂ ਦੇ ਇਕੱਠਾਂ ਦੇ ਵਿੱਚ ਭਗਵੰਤ ਮਾਨ ਗਿਆ, ਜਿਹਨੇ ਕਿਹਾ ਸਾਡੀ ਸਰਕਾਰ ਬਣ ਲੈਣ ਦਿਓ, ਪਹਿਲੀ ਸਾਡੀ ਜਿਹੜਾ ਹਰਾ ਪੈਨ ਤੁਹਾਡੇ ਲਈ ਚੱਲੂਗਾ, ਉਹ ਪਤਾ ਨਹੀਂ ਉਹਦਾ ਕਿੱਥੇ ਗਿਰ ਗਿਆ ਭਗਵੰਤ ਮਾਨ ਦਾ। ਇਹੀ ਕਾਰਨ ਹੈ
ਵੀ ਕੇਜਰੀਵਾਲ ਦੀ ਜਿਹੜੀ ਮੂੰਹ ਬੋਲੀ ਭੈਣ ਆ ਉਹਨੂੰ ਟੈਂਕੀ ਤੇ ਚੜ੍ਹਨਾ ਪੈ ਗਿਆ। ਇਹੀ ਕਾਰਨ ਹੈ ਕਿਉਂਕਿ ਇਹਨਾਂ ਦੀਆਂ ਪਾਲਿਸੀਆਂ 'ਚ ਕੋਈ ਫਰਕ ਨਹੀਂ ਸੀ। ਇਹੀ ਭਗਵੰਤ ਮਾਨ ਨੂੰ ਸੰਗਰੂਰ ਦੇ ਵਿੱਚ ਈਟੀਟੀ ਟੀਚਰਾਂ ਨੂੰ, ਸਾਡੀਆਂ ਭੈਣਾਂ ਨੂੰ ਕੁੱਟਿਆ ਨੇ, ਬਹੁਤ ਉੱਥੇ ਬੇਇੱਜ਼ਤ ਕੀਤਾ। ਜਿਹੜੀ ਡਾਂਗ ਅੱਜ ਤੋਂ ਜਾਣੀ ਇਹ ਕਹਿ ਦਈਏ ਵੀ 1991 ਤੋਂ ਬਾਅਦ ਜਿੰਨੀਆਂ ਸਰਕਾਰਾਂ ਆਈਆਂ ਨੇ ਉਹਨੇ ਡਾਂਗ ਵਧਾਈ ਆ ਲੋਕਾਂ ਤੇ, ਮੁਲਾਜ਼ਮਾਂ ਦੇ। ਕੇਜਰੀਵਾਲ ਤੇ ਭਗਵੰਤ ਮਾਨ ਕੋਲ ਵੀ ਉਹੀ ਡਾਂਗ ਹੈ, ਇਹਦੇ ਵਿੱਚ ਕੋਈ ਫਰਕ ਨਹੀਂ। ਇਸ ਕਰਕੇ ਅੱਜ ਦੀ ਸਾਡੀ ਜਿਹੜੀ ਇਹ ਕਾਨਫਰੰਸ ਹੈ, ਇਹਦਾ ਇੱਕ ਸੰਦੇਸ਼ ਹੈ ਹਿੰਦੁਸਤਾਨ ਦੀਆਂ ਵੱਖੋ ਵੱਖਰੇ ਸੂਬਿਆਂ ਦੇ ਵਿੱਚ ਜਿਹੜੇ ਬਿਜਲੀ ਮੁਲਾਜ਼ਮ ਕੰਮ ਕਰ ਰਹੇ ਹੈ ਵੀ ਇੱਕਮੱਤਤਾ ਦੇ ਨਾਲ ਗਰਾਊਂਡ ਪੱਧਰ ਤੋਂ ਲਾ ਕੇ ਸੈਂਟਰ ਪੱਧਰ ਤੱਕ, ਚਾਹੇ ਕਿਸੇ ਸਟੇਟ ਦੀ ਕੋਈ ਸਰਕਾਰ ਹੈ, ਉਹਦੇ ਖਿਲਾਫ ਜਿੰਨਾ ਚਿਰ ਆਪਣੇ ਆਪ ਨੂੰ ਆਪਾਂ ਮਜ਼ਬੂਤ ਕਰਕੇ ਲੜਦੇ ਨਹੀਂ ਉਹਦੇ ਖਿਲਾਫ, ਉਹਨਾਂ ਚਿਰ ਤੱਕ ਸਾਡੇ ਮਸਲੇ ਹੱਲ ਹੋਣ ਵਾਲੇ ਨਹੀਂ। ਤੇ ਤੁਸੀਂ ਸੁਣਿਆ ਤਮਾਮ ਚੀਜ਼ਾਂ ਕਿ ਕਿਸ ਤਰੀਕੇ ਦੇ ਨਾਲ ਸਰਕਾਰਾਂ ਜਿਹੜੀਆਂ ਪਾਲਿਸੀਆਂ ਬਣਾ ਰਹੀਆਂ ਨੇ ਉਹਨਾਂ ਦੇ ਵਿੱਚ ਸਿੱਧੇ ਤੌਰ ਤੇ ਕਾਰਪੋਰੇਟ ਘਰਾਣਿਆਂ ਦੇ ਹੱਕ ਦੀ ਆਵਾਜ਼ ਨਜ਼ਰ ਆ ਰਹੀ ਹੈ, ਆਮ ਲੋਕਾਂ ਦੇ ਹੱਕ ਦੀ ਕੋਈ ਵੀ ਗੱਲ ਜਾਂ ਬਾਤ ਨਜ਼ਰ ਨਹੀਂ ਆ ਰਹੀ। ਤਾਂ ਬਹੁਤ ਸਾਰੇ ਸ਼ੰਕੇ, ਬਹੁਤ ਸਾਰੇ ਸਵਾਲ ਨੇ ਜਿਹੜੇ ਲਗਾਤਾਰ ਆਮ ਲੋਕਾਂ ਦੇ ਜ਼ਿਹਨ ਦੇ ਵਿੱਚ ਹੈਗੇ। ਪਰ ਬਹੁਤ ਸਾਰੀਆਂ ਚੀਜ਼ਾਂ ਇਹ ਵੀ ਹੁੰਦੀਆਂ ਕਿ ਸਬਸਿਡੀਆਂ ਦੇ ਦਿੱਤੀਆਂ ਜਾਂਦੀਆਂ ਤੇ ਲੋਕਾਂ ਨੂੰ ਲੱਗਦਾ ਸ਼ਾਇਦ ਸਰਕਾਰ ਸਾਡੇ ਭਲੇ ਦੀ ਗੱਲ ਆਖ ਰਹੀ ਹੈ, ਪਰ ਉਸ ਭਲੇ ਦੇ ਵਿੱਚ ਵੀ ਵੱਡਾ ਨੁਕਸਾਨ ਛੁਪਿਆ ਹੁੰਦਾ। ਇਹਨਾਂ ਤਮਾਮ ਸੱਜਣਾਂ ਨੇ ਉਹ ਗੱਲ ਆਖੀ ਹੈ। ਫਿਲਹਾਲ ਦੇਖਣਾ ਹੋਵੇਗਾ ਕਿ ਕਦੋਂ ਇਹ ਸਰਕਾਰਾਂ ਜੋ ਕਹਿੰਦੀਆਂ ਨੇ ਉਹ ਕਰਨ, ਜੋ ਲੋਕਾਂ ਦੇ ਹਿੱਤ ਦੀ ਗੱਲ ਕਰਦੀਆਂ ਨੇ ਉਹਨੂੰ ਅਸਲੀ ਅਮਲੀ ਜਾਮਾ ਪਹਿਨਾਉਣ। ਤਾਂ ਬਹੁਤ ਸਾਰੇ ਸ਼ੰਕੇ, ਬਹੁਤ ਸਾਰੇ ਸਵਾਲ ਨੇ। ਫਿਲਹਾਲ ਸਰਕਾਰਾਂ ਤੋਂ ਇਹ ਸਵਾਲ ਪੁੱਛੇ ਜਾਂਦੇ ਰਹਿਣਗੇ, ਹੱਲ ਕਦੋਂ ਹੋਣਗੇ ਇਹ ਭਵਿੱਖ ਦੇ ਗਰਭ ਦੇ ਵਿੱਚ ਹੈਗਾ। ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਆਪਣੇ ਕੀਮਤੀ ਵਿਚਾਰ ਜ਼ਰੂਰ ਸਾਂਝੇ ਕਰਿਓ। ਸਹਿਯੋਗੀ ਜਸਵਿੰਦਰ ਦੇ ਨਾਲ ਹਰਦੀਪ ਸਿੰਘ ਭੋਗਲ, ਟੀਵੀ ਪੰਜਾਬ, ਚੰਡੀਗੜ੍ਹ।